ਸਤਿ ਸ਼੍ਰੀ ਅਕਾਲ। ਮੈਂ ਜਸਵਿੰਦਰਪਾਲ ਚੰਸ਼ਨ ਪੰਜਾਬੀ ਤੁਹਾਡਾ ਸਵਾਗਤ ਹੈ। ਤੇ 2024 ਵਿੱਚ ਕਿਸ ਦੀ ਬਣੇਗੀ ਸਰਕਾਰ ਤੇ ਕੌਣ ਬਣੇਗਾ ਪ੍ਰਧਾਨ ਮੰਤਰੀ, ਤੇ ਇਸ ਲਈ ਟਕਰਾਵ ਹੈ ਇੰਡੀਆ ਗਠਜੋੜ ਅਤੇ ਐਨਡੀਏ ਗਠਜੋੜ। ਇਸ ਮੁੱਦੇ ਤੇ ਸਾਡੇ ਨਾਲ ਜੁੜੇ ਨੇ ਸਾਥੀ ਕਮਲਜੀਤ ਜੀ, ਤੁਹਾਡਾ ਸਵਾਗਤ ਹੈ। ਸਿੱਧਾ ਸਵਾਲ, ਤੁਸੀਂ ਇੰਡੀਆ ਅਲਾਈਅੰਸ ਨਾਲ ਜੁੜੇ ਹੋਏ ਹੋ, ਕੀ ਭਵਿੱਖ ਦੇਖ ਰਹੇ ਹੋ? ਭਵਿੱਖ ਬੜਾ ਸਪਸ਼ਟ ਹੈ। ਹਿੰਦੁਸਤਾਨ ਦੇ ਲੋਕ ਲਗਾਤਾਰ ਇਸ ਗੱਲ ਨੂੰ ਸਮਝ ਰਹੇ ਨੇ ਕਿ ਕਿਉਂ ਇਸ ਫੈਸਿਜ਼ਮ ਨੂੰ, ਇਹ ਫਾਸ਼ੀਵਾਦ ਨੂੰ ਹਰਾਉਣਾ ਜ਼ਰੂਰੀ ਹੈ, ਤੇ ਇਹੀ ਗੱਲ ਇੱਥੋਂ ਦੇ ਰਾਜਨੀਤਿਕ ਦਲ ਵੀ ਚੰਗੀ ਤਰ੍ਹਾਂ ਸਮਝ ਰਹੇ ਨੇ, ਜਿਹਦਾ ਨਤੀਜਾ ਹੈ ਕਿ ਇੰਡੀਆ ਅਲਾਇੰਸ, ਜਿਹਦੇ ਬਾਰੇ ਬਹੁਤ ਸਾਰੇ ਲੋਕ ਇਹ ਸਮਝ ਰਹੇ ਸੀ ਪਹਿਲਾਂ ਕਿ ਸ਼ਾਇਦ ਇੰਨੀ ਡਾਇਵਰਸ ਕਿਸਮ ਦੀ ਪੋਲਿਟਿਕਸ ਇਕੱਠੀ ਨਹੀਂ ਹੋ ਪਾਏਗੀ, ਲੇਕਿਨ ਤੁਹਾਡੇ ਸਾਹਮਣੇ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ, ਲਗਾਤਾਰ ਉਹਨਾਂ ਦੇ ਵਿੱਚ ਜਿਹੜੇ ਡਿਫਰੈਂਸਿਸ ਸੀ ਉਹ ਵੀ ਥ੍ਰੈਸ਼ ਆਊਟ ਹੋ ਰਹੇ ਨੇ। ਸੋ ਹੈ ਜਿਵੇਂ ਤੁਸੀਂ ਦਾਅਵਾ ਕਰ ਰਹੇ ਹੋ ਕਿ ਕਲੈਸ਼ ਖਤਮ ਹੋ ਰਿਹਾ ਤੇ ਕਈ ਜਿਹੜੇ ਪ੍ਰੋਬਲਮਸ ਆ ਨਹੀਂ ਸੋਲਵ ਹੋ ਰਹੀਆਂ, ਪਰ ਪੰਜਾਬ 'ਚ ਦੇਖਿਆ ਜਾਵੇ, ਦਿੱਲੀ 'ਚ ਦੇਖਿਆ ਜਾਵੇ ਜਾਂ ਹੋਰ ਸਟੇਟਾਂ 'ਚ ਜਿਹੜੀਆਂ ਹੇਠਲੀ ਮੈਂਬਰਸ਼ਿਪ ਹੈ ਉਹ ਨਾਰਾਜ਼ ਨੇ। ਦੇਖੋ, ਨਾਰਾਜ਼ ਮੈਂ ਨਹੀਂ ਕਹਿ ਸਕਦਾ, ਲੇਕਿਨ ਇਹ ਜ਼ਰੂਰ ਲੱਗ ਰਿਹਾ ਕਿ ਉਹਨਾਂ ਦੇ ਵਿੱਚ ਜਿਹੜੀ ਇੱਕ ਨਾਰਮਲ ਸੁਗਬੁਗਾਹਟ ਹੈ ਪਾਰਟੀਆਂ ਦੇ ਵਿੱਚ, ਸਾਰੀਆਂ ਪਾਰਟੀਆਂ ਦਾ ਆਪਦਾ ਬੇਸ ਹੈ, ਸਾਰੀਆਂ ਪਾਰਟੀਆਂ ਆਪਦੇ ਮੁੱਦਿਆਂ ਦੇ ਉੱਤੇ ਅੱਜ ਤੱਕ ਲੜਦੀਆਂ ਰਹੀਆਂ ਨੇ, ਸਭ ਦਾ ਇਤਿਹਾਸ ਹੈ। ਕੋਈ ਕਿਸੇ ਦੇ ਖਿਲਾਫ ਲੜਦਾ ਰਿਹਾ, ਕੋਈ ਸਵਾਲ ਪਰਟੀਕੂਲਰ ਚੱਕਦੇ ਰਹੇ ਨੇ, ਜਿਵੇਂ ਕਰਪਸ਼ਨ ਦਾ ਸਵਾਲ ਜਿਹੜਾ ਹੈਗਾ ਉਹ ਦੋਸ਼ ਲੱਗਦੇ ਰਹੇ ਨੇ ਪੁਰਾਣੀਆਂ ਪਾਰਟੀਆਂ ਜਿਹੜੀਆਂ ਰਾਜ ਕਰਦੀਆਂ ਨੇ। ਲੇਕਿਨ ਸਾਡੇ ਸਾਹਮਣੇ ਜਦੋਂ ਇੱਕ ਲਾਰਜਰ ਕੁਐਸਚਨ ਆਉਂਦਾ ਹੈ, ਉਹਦੇ ਤੇ ਅਸੀਂ ਦੇਖ ਰਹੇ ਹਾਂ ਕਿ ਉੱਪਰੋਂ ਲੈ ਕੇ ਥੱਲੇ ਤੱਕ ਨੂੰ ਪਾਰਟੀਆਂ ਦੀ ਲੀਡਰਸ਼ਿਪ ਜਿਹੜੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਇਹ ਡਿਫਰੈਂਸ ਕਰਨੇ ਪੈਣੇ ਨੇ, ਥ੍ਰੈਸ਼ ਆਊਟ ਹੈ। ਇੱਕ ਸੁਰਤਾ ਦਾ ਸਵਾਲ ਨਹੀਂ ਹੈ ਇਹ ਜੋ ਸਾਡਾ ਪੁਰਾਣਾ ਅੰਡਰਸਟੈਂਡਿੰਗ ਹੈ ਨਾ, ਲੋਕਾਂ ਸਾਹਮਣੇ ਮੈਸੇਜ ਜਾ ਰਿਹਾ ਹੈ ਨਾ, ਉਹ ਇਹ ਜਾ ਰਿਹਾ ਕਿ ਇੱਕ ਸੁਰ ਨਹੀਂ ਪਾਰਟੀ ਨਹੀਂ, ਇੱਕ ਸੁਰ ਤਾਂ ਕੋਈ ਇੱਕ ਪਾਰਟੀ ਹੀ ਹੋ ਸਕਦੀ ਹੈ। ਕਈ ਵਾਰੀ ਇੱਕ ਸੁਰ ਇੱਕ ਪਾਰਟੀ ਵੀ ਨਹੀਂ ਹੁੰਦੀ। ਫੋਰ ਐਗਜ਼ਾਮਪਲ ਬੀਜੇਪੀ ਇੱਕ ਸੁਰ ਹੈ ਨਹੀਂ ਹੈ, ਬੀਜੇਪੀ ਦੇ ਵਿੱਚ ਬਹੁਤ ਸਾਰੀਆਂ ਸੁਰਾਂ ਨੇ। ਸੋ ਇੱਕ ਸੁਰਤਾ, ਇਸ ਤਰ੍ਹਾਂ ਦੀ ਇੱਕ ਸੁਰਤਾ ਕਦੀ ਵੀ ਨਹੀਂ ਹੁੰਦੀ ਰਾਜਨੀਤਿਕ ਦੇ ਵਿੱਚ। ਲੇਕਿਨ ਜਿਸ ਕਿਸਮ ਦੀ ਇੱਕ ਸੁਰਤਾ ਚਾਹੀਦੀ ਹੈ, ਯਾਨੀ ਇਹ ਇੱਕ ਸੁਰਤਾ ਜਿਹਨੂੰ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਮਾਰਚਿੰਗ ਸੈਪਰੇਟਲੀ ਐਂਡ ਸਟ੍ਰਾਈਕਿੰਗ ਟੂਗੈਦਰ, ਇਹ ਜਿਹੜੀ ਉਹ ਵਾਲੀ ਫਾਰਮੇਸ਼ਨ ਹੈ, ਉਹ ਫਾਰਮੇਸ਼ਨ ਸਾਡੇ ਸਾਹਮਣੇ ਹੈ, ਉਹ ਚੱਲ ਰਹੀ ਹੈ। ਪਰ ਲੋਕ ਵੀ ਇਹੀ ਮੰਨਦੇ ਨੇ, ਲੋਕ ਇਹ ਮੰਨਦੇ ਨੇ, ਲੋਕਾਂ ਨੂੰ ਇਹੀ ਨਜ਼ਰ ਆ ਰਿਹਾ। ਲੋਕ ਜਿਹੜੇ ਨੇ ਉਹ ਆਫਟਰ ਆਲ ਇਹਨਾਂ ਪਾਰਟੀਆਂ ਦੇ ਵਿੱਚ ਹੀ ਨੇ। ਸਵਾਰਥ ਮੰਨਦੇ ਨੇ ਕਿ ਪੋਲੀਟੀਕਲ ਸਵਾਰਥ ਪਿੱਛੇ ਆਣਗੇ, ਪਰੰਤੂ ਬਾਅਦ ਚ ਵਿਖਰ ਜਾਣਗੇ। ਨਹੀਂ, ਪੋਲੀਟੀਕਲ ਸਵਾਰਥ ਅਲੱਗ ਮਸਲਾ ਹੈ। ਸਵਾਰਥ ਸ਼ਬਦ ਠੀਕ ਨਹੀਂ ਹੈਗਾ, ਪੋਲੀਟੀਕਲ ਨਿਸ਼ਾਨਾ ਹੈ। ਪੋਲੀਟੀਕਲ ਨਿਸ਼ਾਨਾ ਸਵਾਰਥ ਨਹੀਂ, ਨਿਸ਼ਾਨਾ ਸਪਸ਼ਟ ਹੈ। ਕਹਿੰਦੇ ਤੇ ਲੋਕ ਸਵਾਰਥ ਕਹਿੰਦੇ, ਸਾਰੇ ਨਹੀਂ ਕਹਿੰਦੇ। ਜਿੰਨਾ ਰਾਜਨੀਤੀ ਦੀ ਜਿੰਨੀ ਜ਼ਿਆਦਾ ਕੋਈ ਸਮਝਦਾਰੀ ਰੱਖਦਾ ਹੈ, ਉਹ ਇਸ ਨੂੰ ਉਨਾ ਜ਼ਿਆਦਾ ਨਿਸ਼ਾਨੇ ਦੇ ਜ਼ਿਆਦਾ ਨੇੜੇ ਦੇਖਦਾ ਹੈ। ਸੋ ਇਹ ਪੋਲੀਟੀਕਲ ਨਿਸ਼ਾਨਾ ਕੀ ਹੈ, ਇਸ ਗੱਲ ਤੋਂ ਆਪਾਂ ਸਪਸ਼ਟ ਹੋਈਏ ਨਾ। ਨਿਸ਼ਾਨਾ ਹੈ ਕਿ ਬੇਸਿਕਲੀ ਹਿੰਦੁਸਤਾਨ ਇੱਕ ਫਾਸ਼ੀਵਾਦੀ ਜਕੜ 'ਚ ਆ ਗਿਆ। ਇੱਕ ਐਸੀ ਸਰਕਾਰ ਹਿੰਦੁਸਤਾਨ ਦੇ ਉੱਤੇ ਬੈਠੀ ਹੈ ਜਿਹੜੀ ਲਗਾਤਾਰ ਇੱਥੇ ਦੇ ਇੰਸਟੀਟਿਊਸ਼ਨਸ ਨੂੰ ਖੋਰਾ ਲਾ ਰਹੀ ਹੈ। ਤੁਹਾਡੇ ਸਾਹਮਣੇ ਪਾਰਲੀਮੈਂਟ ਦੇ ਵਿੱਚ ਕੀ ਮਜ਼ਾਕ ਉੱਡਿਆ ਥੋੜੇ ਦਿਨ ਪਹਿਲਾਂ, ਵਿਮਨ ਰਿਜ਼ਰਵੇਸ਼ਨ ਬਿੱਲ ਆਇਆ, ਲੇਕਿਨ ਉਸ ਰਿਜ਼ਰਵੇਸ਼ਨ ਬਿੱਲ ਨੂੰ ਜਿਹੜਾ ਐਡਾ ਇੰਪੋਰਟੈਂਟ ਸੀ, 1986-87 ਤੋਂ ਅੱਜ ਤੱਕ ਲਟਕ ਰਿਹਾ ਸੀ, ਉਹਦੇ ਤੇ ਜਿਹੜੀ ਡਿਊ ਪਾਰਲੀਮੈਂਟ ਪ੍ਰੋਸੈਸ ਹੋਣਾ ਚਾਹੀਦਾ ਸੀ, ਨਹੀਂ ਫੋਲੋ ਕੀਤਾ ਗਿਆ। ਉਹਨੂੰ ਇੱਕ ਗਿਮਿਕ ਬਣਾ ਦਿੱਤਾ ਗਿਆ, ਉਹਨੂੰ ਇੱਕ ਅਚੰਭਾ ਬਣਾ ਦਿੱਤਾ ਗਿਆ ਕਿ ਪਤਾ ਨਹੀਂ ਕੀ ਕਰਨਾ ਹੈ, ਕਾਹਦੇ ਵਾਸਤੇ ਸਪੈਸ਼ਲ ਸੈਸ਼ਨ ਸੱਦਿਆ ਹੈ। ਅਚਾਨਕ ਜਾ ਕੇ ਕਹਿੰਦੇ ਨੇ ਕਿ ਅਸੀਂ ਤਾਂ ਜੀ ਸਪੈਸ਼ਲ ਸੈਸ਼ਨ ਸੱਦਿਆ ਸੀ ਕਿ ਅਸੀਂ ਰਿਜ਼ਰਵੇਸ਼ਨ ਬਿੱਲ, ਵਿਮਨ ਰਿਜ਼ਰਵੇਸ਼ਨ ਪਾਸ ਕਰਨਾ ਸੀ। ਵੀ ਜੇ ਸੱਚਮੁੱਚ ਵਿਮਨ ਰਿਜ਼ਰਵੇਸ਼ਨ ਬਿੱਲ ਪਾਸ ਕਰਨਾ ਸੀ, ਕਿਉਂ ਨਹੀਂ ਉਹਦਾ ਇੱਕ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਜਾਂਦਾ? ਕਿਉਂ ਨਾ ਉਸ ਦੀਆਂ ਵੱਡੇ ਪੱਧਰ ਦੇ ਉੱਤੇ ਕਾਪੀਆਂ ਸਰਕੂਲੇਟ ਕੀਤੀਆਂ ਜਾਂਦੀਆਂ ਪੂਰੇ ਦੇਸ਼ ਦੇ ਵਿੱਚ, ਤੇ ਸਾਰਾ ਸਮਾਜ ਉਹਦੇ ਨਾਲ ਉੱਪਰ ਉੱਠਦਾ, ਸਾਰਾ ਸਮਾਜ ਉਸ ਨੂੰ ਡਿਸਕਸ ਕਰ ਰਿਹਾ ਹੁੰਦਾ, ਫਿਰ ਸਰਕਾਰ ਉਸ ਨੂੰ ਪਾਸ ਕਰ ਰਹੀ ਹੁੰਦੀ, ਲਾਗੂ ਵੀ ਹੁੰਦੀ। ਆਰੋਪ ਬੀਜੇਪੀ ਵੀ ਤੁਹਾਡੀ ਪਾਰਟੀਆਂ ਤੇ ਲੱਗਦੀ ਹੈ ਕਿ ਡਿਲੇ ਕਰਨ 'ਚ ਤੁਹਾਡੀਆਂ ਪਾਰਟੀਆਂ ਦਾ ਵੀ ਵੱਡਾ। ਦੇਖੋ, ਸਾਡੀਆਂ ਪਾਰਟੀਆਂ ਦਾ ਤਾਂ ਇੱਕਦਮ ਨਹੀਂ ਹੈ। ਮਤਲਬ ਮੈਂ ਜਿਸ ਪਾਰਟੀ ਨੂੰ ਬਿਲੋਂਗ ਕਰਦਾ ਸੀ, ਪੀਆਈਐਮ ਲਿਬਰੇਸ਼ਨ, ਅਸੀਂ ਡਟ ਕੇ ਖੜੇ ਹਾਂ, ਮੰਗ ਕਰਦੇ ਆ ਰਹੇ ਹਾਂ, ਲੜਦੇ ਆ ਰਹੇ ਹਾਂ। ਉਹਦੇ ਵਿੱਚ ਇੰਡੀਆ ਅਲਾਇੰਸ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਅਲੱਗ-ਅਲੱਗ ਸਵਾਲਾਂ ਦੇ ਉੱਤੇ ਡਿਫਰੈਂਸ ਸੀ। ਜਿਵੇਂ ਰਿਜ਼ਰਵੇਸ਼ਨ ਵਿਦ ਇਨ ਰਿਜ਼ਰਵੇਸ਼ਨ ਦਾ ਕੁਐਸਚਨ ਹੈ, ਉਹ ਹੁਣ ਵੀ ਸਾਹਮਣੇ ਆਇਆ, ਤੇ ਉਹਦੇ ਤੇ ਤੁਸੀਂ ਦੇਖਿਆ ਉਹਨਾਂ ਦੇ ਕਾਂਗਰਸ ਦੀ ਤੇ ਜਿਹੜੇ ਸੋਸ਼ਲ, ਜਿਹੜਾ ਸਾਡਾ ਸਮਾਜਿਕ ਦਾਇਰਾ ਸੀਗਾ, ਇਹ ਜਿਹੜੇ ਸੋਸ਼ਲ ਜਸਟਿਸ ਵਾਲੀਆਂ ਪਾਰਟੀਆਂ ਜਿਹੜੀਆਂ ਸੀ, ਉਹਨਾਂ ਦਾ ਇੱਕ ਆਪਸੀ ਵਿਰੋਧ ਸੀਗਾ, ਲੇਕਿਨ ਉਹ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਥ੍ਰੈਸ਼ ਆਊਟ ਹੋਇਆ, ਉਹ ਖਤਮ ਹੋਇਆ। ਸੋ ਇਹ ਸਵਾਲ ਨਹੀਂ ਹੈ ਕਿ ਕਿੱਥੇ ਅਸੀਂ, ਮਤਲਬ ਡਿਫਰੈਂਸ ਐਗਜ਼ੈਕਟਲੀ ਕੀ ਨੇ। ਡਿਫਰੈਂਸ ਬਹੁਤ ਸਾਰੇ ਸਵਾਲਾਂ ਤੇ ਅਲੱਗ-ਅਲੱਗ ਹੋ ਸਕਦੇ ਨੇ, ਪਰ ਇਸ ਗੱਲ ਦੇ ਉੱਤੇ ਕੋਈ ਡਿਫਰੈਂਸ ਨਹੀਂ ਹੈ ਕਿ ਸੰਵਿਧਾਨ ਜਿਹੜਾ ਹੈਗਾ ਉਹ ਬਚਾਇਆ ਜਾਣਾ ਚਾਹੀਦਾ। ਇਸ ਗੱਲ ਤੇ ਜਮਾਂ ਹੀ ਕੋਈ ਡਿਫਰੈਂਸ ਨਹੀਂ ਹੈ ਕਿ ਜਿਹੜੇ ਪਾਰਲੀਮੈਂਟ ਦੇ ਵੱਲੋਂ ਡਿਊ ਪ੍ਰੋਸੈਸ ਆਫ ਲਾਅ ਜਿਹੜਾ ਹੋਣਾ ਚਾਹੀਦਾ, ਸਿਲੈਕਟ ਕਮੇਟੀਆਂ ਨੂੰ ਬਿੱਲ ਜਾਣ, ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਕੰਸਲਟੇਸ਼ਨ ਹੋਵੇ, ਉਸ ਤੋਂ ਬਾਅਦ ਪਾਰਲੀਮੈਂਟ ਉਹਨਾਂ ਨੂੰ ਪਾਸ ਕਰੇ। ਇਸ ਗੱਲ ਦੇ ਉੱਤੇ ਕੋਈ ਡਿਫਰੈਂਸ ਨਹੀਂ ਹੈ, ਕਿਸੇ ਵੀ ਸਿੰਗਲ ਇੰਡੀਆ ਅਲਾਇੰਸ ਦੀ ਕਿਸੇ ਵੀ ਧਿਰ ਦਾ ਕੋਈ ਡਿਫਰੈਂਸ ਨਹੀਂ ਹੈ ਇਹਨਾਂ ਸਵਾਲਾਂ ਤੇ। ਫਿਰ ਇਸ ਗੱਲ ਦੇ ਉੱਤੇ ਵੀ ਕੋਈ ਡਿਫਰੈਂਸ ਨਹੀਂ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਆਰਬੀਆਈ ਦੀ ਇੱਕ ਸਵੱਤਤਾ ਹੈ, ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਇੱਕ ਇੰਡੀਪੈਂਡੈਂਸ ਹੈ, ਆਟੋਨੋਮੀ ਹੈ, ਇਸੇ ਤਰ੍ਹਾਂ ਜੁਡੀਸ਼ਰੀ ਦੀ ਇੱਕ ਆਟੋਨੋਮੀ ਹੈ। ਇਹਨਾਂ ਆਟੋਨੋਮੀਆਂ ਦੇ ਉੱਤੇ ਕੋਈ ਕੁਐਸਚਨ ਨਹੀਂ ਹੈ, ਕਿਸੇ ਦਾ ਵੀ ਨਹੀਂ ਹੈ, ਸਭ ਦਾ ਇਹ ਕਾਮਨ ਪੁਆਇੰਟ ਹੈ।
ਸੰਵਿਧਾਨ ਬਚਾਉਣ ਦੀ ਕਾਂਗਰਸ ਵੇਲੇ ਜੋ ਤੁਹਾਡੀ ਲੀਡਿੰਗ ਪਾਰਟੀਆਂ ਚੋਂ ਇੱਕ ਹੈ, ਬਿਲਕੁਲ ਉਹਦੇ ਤੇ ਵੀ ਇਹ ਸਵਾਲ ਉੱਠਦੇ ਨੇ। ਹਾਂ ਉਹਨਾਂ ਨੇ ਕੀ ਯੂਏਪੀ ਕੀਤਾ? ਤੁਸੀਂ ਦੇਖੋ ਇੱਕ ਬਹੁਤ ਸਾਰੇ ਐਸੇ ਕਾਨੂੰਨ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਹੀ ਡੈਮੋਕ੍ਰੇਸੀ ਵਿਰੋਧੀ ਸਮਝਦੇ ਹਾਂ, ਤੁਸੀਂ ਉਹ ਵਿਰੋਧ ਕਾਨੂੰਨ ਕੀਤਾ। ਕਾਂਗਰਸ ਦੇ ਦੌਰਾਨ ਪਾਸ ਹੋਏ ਨੇ। ਤੁਸੀਂ ਵਿਰੋਧ ਕੀਤਾ, ਅਸੀਂ ਵਿਰੋਧ ਕੀਤਾ ਔਰ ਉਹ ਉਸ ਦੇ ਕਿਉਂ ਦੌਰਾਨ ਮੁੜ ਕੇ ਪਾਸ ਨਹੀਂ ਹੋਏ। ਕਰਨਗੇ? ਕਿਉਂ ਮੁੜ ਕੇ ਨਹੀਂ ਕਰਨਗੇ ਜਦੋਂ ਸੱਤਾ ਚ ਆ ਇਹ ਗਏ? ਇਹੀ ਫਰਕ ਹੈ, ਇਹੀ ਫਰਕ ਹੈ। ਜਦੋਂ ਤੁਸੀਂ ਇੱਕ ਵਾਰੀ ਸਵਾਦ ਵੇਖ ਲੈਂਦੇ ਹੋ ਨਾ ਅਥੋਰਿਟੇਰੀਅਨਿਜ਼ਮ ਦਾ, ਜੀ। ਇਹ ਸਵਾਦ ਹਿਟਲਰ ਦੀ ਜਰਮਨੀ ਨੇ ਵੀ ਦੇਖਿਆ ਸੀ। ਉਸ ਤੋਂ ਬਾਅਦ ਅੱਜ ਤੱਕ ਪਿੱਛੇ ਜੇ ਮੈਂ ਸਰਵੇ ਦੀ ਰਿਪੋਰਟ ਪੜ੍ਹ ਰਿਹਾ, ਇੱਕ ਸਰਵੇ ਹੁੰਦਾ ਹੈ ਜਿਹਦੇ ਵਿੱਚ ਇਹ ਚੈੱਕ ਕੀਤਾ ਜਾਂਦਾ ਹੈ ਕਿ ਅਥੋਰਿਟੇਰੀਅਨਿਜ਼ਮ ਪ੍ਰਤੀ ਕਿੰਨੀ ਕੁ ਭਾਵਨਾ ਵੱਖ-ਵੱਖ ਦੇਸ਼ਾਂ ਦੇ ਵਿੱਚ ਹੈ। ਉਹਦੇ ਵਿੱਚ ਜਰਮਨ ਸਭ ਤੋਂ ਘੱਟ ਵਾਲੇ ਦੇਸ਼ਾਂ 'ਚ ਹੈ, ਜਿਹਦੇ ਵਿੱਚ ਆਮ ਲੋਕਾਂ 'ਚ ਅਥੋਰਿਟੇਰੀਅਨਿਜ਼ਮ ਪ੍ਰਤੀ ਕੋਈ ਵੀ ਪੋਜ਼ਿਟਿਵ ਰੁਖ ਉਹ ਸਭ ਤੋਂ ਘੱਟ ਮਿਲਦਾ ਹੈ ਜਰਮਨੀ ਦੇ ਵਿੱਚ। ਕਿਉਂ? ਕਿਉਂਕਿ ਜਰਮਨੀ ਦੇ ਲੋਕਾਂ ਨੇ ਹਿਟਲਰ ਦਾ ਸਵਾਦ ਚੱਖਿਆ। ਬਿਲਕੁਲ। ਸੋ ਹੁਣ ਜਦੋਂ ਕਾਂਗਰਸ ਐਡਾ ਵੱਡਾ ਸਵਾਦ ਚੱਕ ਚੁੱਕੀ ਹੈ, ਜਾਂ ਕੋਈ ਵੀ ਪਾਰਟੀ ਜਿਹੜੀ ਪਹਿਲਾਂ ਸੱਤਾ 'ਚ ਰਹੀ ਸੀ, ਹੋ ਸਕਦਾ ਖੁਦ ਕਾਂਗਰਸ ਨੇ ਐਮਰਜੈਂਸੀ ਲਾਈ, ਕਾਂਗਰਸ ਨੇ 84 ਦੇ ਦੰਗੇ ਕਰਾਏ, ਸਭ ਕੁਝ ਹੋਇਆ, ਲੇਕਿਨ ਉਹ ਸਾਰਾ ਸਵਾਦ ਚੱਖਣ ਤੋਂ ਬਾਅਦ ਅੱਜ ਕਾਂਗਰਸ ਕਿੱਥੇ ਖੜੀ ਹੈ? ਅੱਜ ਕਾਂਗਰਸ ਇਸ ਗੱਲ ਤੇ ਖੜੀ ਹੈ ਕਿ ਇੰਸਟੀਟਿਊਸ਼ਨ ਹੋਣੇ ਚਾਹੀਦੇ ਨੇ। ਅੱਜ ਕਾਂਗਰਸ ਨੂੰ ਇਸ ਗੱਲ ਤੇ ਆਣਾ ਪਿਆ ਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ ਬਚਣੀ ਚਾਹੀਦੀ ਹੈ, ਸੰਵਿਧਾਨ ਰਹਿਣਾ ਚਾਹੀਦਾ ਹੈ। ਦੋਹਰਾ ਚਿਹਰਾ ਹੈ ਜਿਹੜਾ, ਉਹ ਇਹ- ਤੁਹਾਡੇ ਇਹਨੂੰ- ਲਈ ਜਦੋਂ ਸੱਤਾ ਚ ਆ ਜਾਓਗੇ ਤੁਹਾਡੇ ਵਾਸਤੇ ਰੁਕਾਵਟ ਨਹੀਂ ਬਣੇ? ਕਿਉਂ ਨਹੀਂ ਦੇਖੋ, ਜਦੋਂ ਸੱਤਾ ਦੇ ਵਿੱਚ ਕਾਂਗਰਸ ਆ ਜਾਂਦੀ ਹੈ, ਅਸੀਂ ਐਗਜ਼ਾਮਪਲ ਲੈ ਲਈਏ ਆਪਾਂ ਬਿਹਾਰ ਦੀ, ਜੀ ਜੀ ਨਿਤਿਸ਼ ਦੇ ਨਾਲ ਸਰਕਾਰ ਬਣੀ ਹੈ, ਬਿਲਕੁਲ ਨਿਤਿਸ਼ ਨੇ ਬੀਜੇਪੀ ਤੋਂ ਕਿਨਾਰਾ ਕਰਕੇ ਦੂਜੇ ਪਾਸੇ ਆਏ ਆ। ਬਿਲਕੁਲ। ਅਸੀਂ ਉਸ ਸਰਕਾਰ ਦੇ ਸਮਰਥਨ ਦੇ ਵਿੱਚ ਆ, ਲੇਕਿਨ ਕੀ ਉਹਦੇ ਨਾਲ ਅਸੀਂ ਸਰਕਾਰ ਦੇ ਖਿਲਾਫ ਸਵਾਲ ਉਠਾਣੇ ਛੱਡਤੇ? ਹੁਣੇ ਥੋੜੇ ਦਿਨ ਪਹਿਲਾਂ ਆਸ਼ਾ ਵਰਕਰਸ ਦੀ ਲੰਬੀ ਹੜਤਾਲ ਹੋਈ, ਜੀ ਜੀ ਅਸੀਂ ਆ ਜਿਨ੍ਹਾਂ ਨੇ ਉਹ ਸਾਰੀ ਹੜਤਾਲ ਲੜੀ ਫਰੰਟ ਤੇ ਬੈਠ ਕੇ, ਸਾਡੇ ਲੀਡਰਸ਼ਿਪ ਦੇ ਨਾਲ ਫਾਈਨਲੀ ਐਗਰੀਮੈਂਟ ਵੀ ਕਰਨਾ ਪਿਆ ਸਰਕਾਰ ਨੂੰ। ਉਹ ਹੜਤਾਲ ਸੀ, ਪਰ ਜਦੋਂ ਲੜਾਈ ਤੁਸੀਂ- ਹੋਈ, ਉਹਦੇ ਚ ਕੁੱਟਮਾਰ ਹੋਈ ਸਾਡੇ ਵਰਕਰਾਂ ਦੀ। ਜਦੋਂ ਤੁਸੀਂ ਸੱਤਾ ਚ ਆ ਜਾਂਦੇ, ਪਰ ਮੈਂ ਤੁਹਾਨੂੰ ਦੱਸ ਰਿਹਾ ਨਾ ਉਦਾਹਰਣ ਕੀ ਹੈ। ਇਹੀ ਸੱਤਾ ਦੇ ਵਿੱਚ ਸਾਡਾ ਆਣਾ, ਅਸੀਂ ਕਮਿਊਨਿਸਟ ਹਾਂ, ਅਸੀਂ ਸੱਤਾ ਦੇ ਵਿੱਚ ਆ ਕੇ ਵੀ ਲੋਕਾਂ ਦੀ ਧਿਰ ਬਣ ਕੇ ਹੀ ਸੱਤਾ ਦੇ, ਅਸੀਂ ਇੱਕ ਸੱਤਾ ਨੂੰ ਬਦਲਣ ਵਾਸਤੇ ਇਸ ਅਲਾਈਅੰਸ ਦੇ ਨਾਲ ਆ। ਉਸ ਤੋਂ ਬਾਅਦ ਜੇ ਅਸੀਂ ਇਹ ਸੋਚੀਏ ਕਿ ਉਸ ਤੋਂ ਬਾਅਦ ਅਸੀਂ ਰਾਜ ਸੁਖ ਮੰਨਣ ਲੱਗ ਜਾਾਂਗੇ, ਸਾਡਾ ਕੰਮ ਉਸ ਤੋਂ ਬਾਅਦ ਫਿਰ ਉਹੀ ਹੋਏਗਾ, ਆਪੋਜੀਸ਼ਨ। ਜਿਹੜੀ ਹੈ ਹੁਣ ਇਸੇ ਪੁਆਇੰਟ ਤੇ ਲੱਗਿਆ ਕਿ ਵਾਮਪੰਥੀ ਵੀ ਕਿਤੇ ਰਾਜ ਸੱਤਾ ਦੇ ਕੋਲ, ਜਿਵੇਂ ਕਿ ਸੀਪੀਆਈ ਸੀਪੀਐਮ ਦਾ ਕਲਚਰ ਹੈ ਕਿ ਉਹਨਾਂ ਨੇ ਰਾਜ ਸੱਤਾ ਭੋਗਿਆ ਪਰ ਲੋਕ ਸੰਘਰਸ਼ ਤੋਂ ਦੂਰ ਹੋ ਗਏ। ਦੇਖੋ ਸਭ ਨੇ ਸਿੱਖਿਆ, ਸੀਪੀਐਮ ਸੀਪੀਆਈ ਨੇ ਵੀ ਬੰਗਾਲ 'ਚ ਰਾਜ ਕੀਤਾ, ਬਿਲਕੁਲ ਨੰਦੀਗ੍ਰਾਮ ਹੋਇਆ, ਬਿਲਕੁਲ ਨੰਦੀਗ੍ਰਾਮ ਦਾ ਸਿੰਗੂਰ ਹੋਇਆ, ਉਸ ਤੋਂ ਬਾਅਦ ਸੀਪੀਐਮ ਨੂੰ ਲੋਕਾਂ ਨੇ ਸੱਤਾ ਤੋਂ ਲਾਂਭੇ ਕਰਤਾ। ਤੁਹਾਨੂੰ ਕੀ ਲੱਗਦਾ ਇਸ ਦਾ ਜੇ ਸਬਕ ਸੀਪੀਐਮ ਨਹੀਂ ਸਿੱਖੂਗੀ? ਸਬਕ ਸਿੱਖਣਾ ਪਊਗਾ ਸਭ ਨੂੰ। ਅਸੀਂ, ਮੈਂ ਨਹੀਂ ਕਹਿ ਰਿਹਾ, ਕੋਈ ਗਰੰਟੀ ਨਹੀਂ ਲੈ ਰਿਹਾ ਮੈਂ ਵੀ ਉਹ ਸਿੱਖ ਹੀ ਲਿਆ ਉਹਨਾਂ ਨੇ, ਪਰ ਮੈਂ ਇਹ ਕਹਿ ਰਿਹਾ ਕਿ ਸਬਕ ਸਿੱਖਣਾ ਹੀ ਪਏਗਾ ਸਭ ਨੂੰ। ਸਾਡੀ ਬੜੀ ਨੀਤੀ ਕਲੀਅਰ ਹੈ, ਅਸੀਂ ਜੋ ਲਿਬਰੇਸ਼ਨ ਦੇ ਲੋਕ ਆ, ਸਾਡਾ ਬੜਾ ਸਪਸ਼ਟ ਹੈ, ਅਸੀਂ ਇਸ ਜਿਹੜਾ ਅਲਾਈਅੰਸ ਹੈ ਇਹਦਾ ਪਾਰਟ ਆ, ਇਸ ਕਰਕੇ ਕਿਉਂਕਿ ਅਸੀਂ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੁੰਦੇ ਹਾਂ, ਅਸੀਂ ਦੇਸ਼ ਦੇ ਵਿੱਚੋਂ ਫਾਸ਼ੀਵਾਦ ਨੂੰ ਭਜਾਉਣਾ ਚਾਹੁੰਦੇ ਹਾਂ। ਤੇ ਅਸੀਂ ਸਮਝਦੇ ਹਾਂ ਅੱਜ ਦੇ ਸਮੇਂ 'ਚ ਜਿਹੜਾ ਲੋਕਾਂ ਨੇ ਇਹ ਬਿਲਡ ਕੀਤਾ ਸੀਗਾ ਕਿ ਮੋਦੀ ਦੇ ਮੁਕਾਬਲੇ ਤੇ ਕੋਈ ਨਹੀਂ, ਉਹਦੀ ਬਜਾਏ ਅੱਜ ਸਥਿਤੀ ਇਹ ਬਣ ਗਈ ਕਿ ਮੋਦੀ ਦੇ ਮੁਕਾਬਲੇ ਤੇ ਇੰਡੀਆ ਅਲਾਈਅੰਸ ਹੈ। ਸੋ ਮੋਦੀ ਵਰਸਸ ਇੰਡੀਆ, ਇਹ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ। ਉਸ ਨੈਰੇਟਿਵ 'ਚ ਅਸੀਂ ਇੰਡੀਆ ਦੇ ਨਾਲ ਆ। ਕੱਲ੍ਹ ਨੂੰ ਇਹ ਨੈਰੇਟਿਵ, ਅਸੀਂ ਨਹੀਂ ਕਹਿ ਰਹੇ ਇਸ ਤੋਂ ਬਾਅਦ ਕੋਈ ਕ੍ਰਾਂਤੀ ਆ ਜਾਣੀ ਹੈ, ਇਨਕਲਾਬ ਹੋ ਜਾਣਾ ਹੈ, ਵਰਕਰਾਂ ਦੀਆਂ ਤਨਖਾਹਾਂ ਬਰਾਬਰ ਹੋ ਜਾਣੀਆਂ ਨੇ, ਜਾਂ ਮਹਿੰਗਾਈ ਤੇ ਰੋਕ ਲੱਗ ਜਾਣੀ ਹੈ। ਇਹ ਸਭ ਇੱਕਦਮ ਨਹੀਂ ਹੋ ਜਾਣਾ ਇਸ ਅਲਾਈਅੰਸ ਦੇ ਜਿੱਤਣ ਨਾਲ। ਸਾਨੂੰ ਉੱਥੇ ਫਿਰ ਲੜਨਾ ਪੈਣਾ, ਉਹਨਾਂ ਸਵਾਲਾਂ ਤੇ ਲੜਨਾ ਪੈਣਾ। ਲੇਕਿਨ ਫਿਰ ਅਸੀਂ, ਲੇਕਿਨ ਉਹਦੇ 'ਚ ਫਰਕ ਕੀ ਹੈ? ਉਹਦੇ 'ਚ ਫਰਕ ਇਹ ਹੈ ਕਿ ਇੱਕ ਡੈਮੋਕ੍ਰੈਟਿਕ ਸਟਰਕਚਰ ਬਚਿਆ ਰਹੇਗਾ ਤੇ ਡੈਮੋਕ੍ਰੈਟਿਕ ਲੜਾਈ ਹੋ ਸਕੇਗੀ। ਅੱਜ ਜੋ ਸਥਿਤੀ ਬਣਦੀ ਜਾ ਰਹੀ ਹੈ ਉਹ ਇਹ ਹੈ ਕਿ ਡੈਮੋਕ੍ਰੈਟਿਕ ਲੜਾਈ ਕਰਨ ਵਾਲੇ ਜੇਲ੍ਹਾਂ ਦੇ ਪਿੱਛੇ ਨੇ। ਕੋਈ ਵਿਅਕਤੀ ਸਵਾਲ, ਮਾੜਾ ਜਿਹਾ ਮੋਦੀ ਦੇ ਸਵਾਲ ਦੇ ਉੱਤੇ ਕਾਰਟੂਨ ਕਿਸੇ ਨੇ ਬਣਾਤਾ, ਉਹ ਜੇਲ੍ਹ ਦੇ ਵਿੱਚ ਸਿੱਟਤਾ। ਕਿਸੇ ਪੱਤਰਕਾਰ ਨੇ ਜਾ ਕੇ ਇੱਕ ਰਿਪੋਰਟ ਕਰਤੀ ਕਿਸੇ ਘਟਨਾਕ੍ਰਮ ਦੀ, ਕਿਸੇ ਰੇਪ ਕੇਸ ਦੀ, ਉਹ ਪੱਤਰਕਾਰ ਸਾਲ-ਸਾਲ ਜੇਲ੍ਹ ਦੇ ਵਿੱਚ ਹੈ। ਵਿਦਿਆਰਥੀਆਂ ਨੇ ਸਵਾਲ ਉਠਾਤੇ, ਵਿਦਿਆਰਥੀਆਂ ਦੇ ਭਵਿੱਖ ਖਤਮ ਕਰ ਦਿੱਤੇ ਗਏ। ਸੋ ਇਹ ਜਿਹੜਾ ਸਾਰਾ ਕੰਮ ਹੈ, ਇਹਦੇ ਤੇ ਰੋਕ ਲਗਾਉਣਾ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ। ਉਸ ਤੋਂ ਬਾਅਦ ਐਸਾ ਕੁਝ ਨਹੀਂ ਹੈ, ਡੈਮੋਕ੍ਰੈਟਿਕ ਇੰਸਟੀਟਿਊਸ਼ਨ ਰਹਿਣਗੇ, ਲੜਾਈ ਵੀ ਰਹੂਗੀ, ਡੈਮੋਕ੍ਰੇਸੀ ਦੇ ਉੱਤੇ ਸਾਡਾ ਸਵਾਲ ਵੀ ਰਹੂਗਾ। ਤੇ ਕਮਲ ਜੀ ਇੱਕ ਹੋਰ ਆਰੋਪ ਹੈ, ਅਸੀਂ ਐਲੀਗੇਸ਼ਨ ਲਾਉਂਦੇ ਹਾਂ ਬੀਜੇਪੀ ਤੇ ਕਿ ਉਹ ਭਾਰਤ ਹਿੰਦੁਸਤਾਨ ਕਰ ਰਹੀ ਹੈ, ਤੇ ਅਸੀਂ ਵੀ ਇੰਡੀਆ ਦਾ ਸ਼ਬਦ ਚਾਹੇ ਉਹਦਾ ਕੋਮਾ ਡਾਟ ਵੀ ਚੱਲ ਰਿਹਾ, ਪਰੰਤੂ ਕਿਆ ਇੰਡੀਆ ਜਾਂਦੇ ਹੈ ਸਿਆਸਤ ਕੀ ਤੁਸੀਂ ਵੀ ਸਿਆਸਤ ਨਹੀਂ ਵਰਤੇ ਜਿਵੇਂ ਕਿ ਮੋਦੀ ਸਰਕਾਰ ਵਰਤ ਰਹੀ ਹੈ ਭਾਰਤ ਤੇ ਹਿੰਦੁਸਤਾਨ ਦਾ ਨਾਮ ਲੈ ਕੇ? ਦੇਖੋ, ਭਾਰਤ ਤੇ ਹਿੰਦੁਸਤਾਨ ਦਾ ਨਾਂ ਲੈਣ 'ਚ, ਇੰਡੀਆ ਦਾ ਨਾਂ ਲੈਣ 'ਚ ਕੋਈ ਪਰੇਸ਼ਾਨੀ ਨਹੀਂ ਹੈ। ਸਵਾਲ ਹੈ ਉਸ ਨੂੰ ਇੱਕ ਖਾਸ ਰੰਗ 'ਚ ਰੰਗ ਦੇਣ ਦੇ ਵਿੱਚ। ਅਸੀਂ ਇੰਡੀਆ ਦੇ तमाम ਰੰਗ ਜਿਹੜੇ ਨੇ ਉਹ ਬਰਕਰਾਰ ਰੱਖਣਾ ਚਾਹੁੰਦੇ ਹਾਂ। ਮੋਦੀ ਚਾਹੇ ਦਾ ਨਾਮ ਭਾਰਤ ਲਵੇ, ਇਸ ਤੋਂ ਪਹਿਲਾਂ ਉਹ ਇੰਡੀਆ ਹੀ ਲੈਂਦੇ ਸੀ। ਇਸ ਤੋਂ ਪਹਿਲਾਂ ਉਹਨਾਂ ਦੀ ਸਾਰੀਆਂ ਸਕੀਮਾਂ ਦੇ ਨਾਮ ਤੁਸੀਂ ਯਾਦ ਰੱਖੋ,
ਉਹਨਾਂ ਨੇ ਉਹ ਤੋਂ ਬਾਅਦ ਛੱਡ ਲੇਕਿਨ ਉਸ ਤੋਂ ਬਾਅਦ ਛੱਡਤਾ, ਲੇਕਿਨ ਉਸ ਦੇ ਬਾਵਜੂਦ ਤੁਸੀਂ ਦੇਖੋ ਉਹ ਸਾਰੇ ਨੂੰ ਭਗਵੇ ਰੰਗ ਦੇ ਵਿੱਚ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਚਾਹੇ ਐਜੂਕੇਸ਼ਨ ਪਾਲਿਸੀ ਆਈ, ਪੂਰਾ ਭਗਵਾ ਕਰਨ ਦਾ ਪ੍ਰੋਜੈਕਟ ਆਇਆ, ਡੀਮੋਨੇਟਾਈਜੇਸ਼ਨ ਹੋਈ, ਪੂਰਾ ਭਗਵਾ ਕਰਨ ਦਾ ਪ੍ਰੋਜੈਕਟ ਸੀਗਾ। ਸੋ ਸਾਰਾ ਪ੍ਰੋਜੈਕਟ ਭਗਵਾਕਰਨ ਕਰਨ ਦੇ ਉੱਤੇ ਲੱਗਿਆ ਹੋਇਆ। ਉਹਦੇ ਤੇ ਪਰੇਸ਼ਾਨੀ ਹੈ, ਨਾਮ ਵਰਤਨ ਤੇ ਨਹੀਂ। ਨਾਮ ਅੱਜ ਕੋਈ ਨਵਾਂ ਨਹੀਂ ਵਰਤਿਆ ਜਾਣ ਲੱਗਿਆ। ਨਾਮ ਜਿਹੜੇ ਨੇ ਉਹ ਸਾਰੀਆਂ ਪਾਰਟੀਆਂ ਹੀ ਆਪਣੇ ਮੁਲਕ ਦਾ ਨਾਂ ਲੈਂਦੀਆਂ ਹੁੰਦੀਆਂ ਨੇ, ਸਾਰੀ ਰਾਜਨੀਤੀ ਆਪਣੇ ਮੁਲਕ ਵਾਸਤੇ ਹੁੰਦੀ ਹੈ, ਉਹਦੇ ਕੋਈ ਦਿੱਕਤ ਨਹੀਂ। ਇਹਦੇ ਪਿੱਛੇ ਜਿਹੜੇ ਉਹ ਕਹਿੰਦੇ ਨੇ ਕਿ ਇੰਡੀਆ ਸ਼ਬਦ ਵਰਤ ਕੇ ਨਾ, ਤੇ ਇੰਡੀਆ ਸ਼ਾਈਨਿੰਗ ਕੀ ਸੀ? ਉਹਨਾਂ ਨੂੰ ਪੁੱਛੋ ਤੁਸੀਂ, ਇੰਡੀਆ ਸ਼ਾਈਨਿੰਗ ਕਿਹਦਾ ਨਾਰਾ ਸੀ? ਕਹਿੰਦੇ ਅਸੀਂ ਦੇਸ਼ ਦੇ ਤੌਰ ਤੇ ਵਰਤ ਰਹੇ ਸੀ, ਪਰੰਤੂ ਇਹਨਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਵਰਤੇ। ਨਿੱਜੀ ਹਿੱਤ ਕਿੱਥੇ ਨੇ? ਇੰਡੀਆ ਸ਼ਾਈਨਿੰਗ ਦੀ ਉਹ ਗੱਲ ਕਰ ਰਹੇ ਹਾਂ ਅਸੀਂ, ਇੰਡੀਆ ਵਰਸਸ ਫਾਸਿਜ਼ਮ। ਤੇ ਇੰਡੀਆ ਸ਼ਾਈਨਿੰਗ ਕਦੇ ਵਾਸਤੇ ਨਾਰਾ ਸੀਗਾ? ਸੱਤਾ ਚੋਂ ਹਾਰਨ ਵਾਸਤੇ। ਉਹ ਵੀ ਤੇ ਸੱਤਾ ਜਿੱਤਣ ਵਾਸਤੇ ਨਾਰਾ ਦਿੱਤਾ ਸੀ, ਬੀਜੇਪੀ ਨੇ ਹੀ ਦਿੱਤਾ ਸੀ। ਸੋ ਇਹ ਕੋਈ ਨਵੀਂ ਗੱਲ ਨਹੀਂ ਹੋ ਰਹੀ। ਇੰਡੀਆ ਅਲਾਈਅੰਸ ਦਾ ਨਾਮ ਜਿਹੜਾ ਹੈਗਾ, ਸਗੋਂ ਲੋਕਾਂ ਨੂੰ ਅਸੀਂ ਇੱਕ ਰੀਅਲ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇੰਡੀਆ ਦਾ ਇੱਕ ਆਪਦਾ ਮੀਨਿੰਗ ਹੈ। ਉਹ ਮੀਨਿੰਗ ਇਹਨਾਂ ਦਲਾਂ ਦੇ ਵਿੱਚ, ਇਸ ਅਲਾਈਅੰਸ ਦੇ ਵਿੱਚ ਉਹ ਮੀਨਿੰਗ ਛੁਪਿਆ ਹੋਇਆ ਹੈ, ਜਿਹੜਾ ਕਹਿੰਦਾ ਇੰਡੀਆ ਸੈਕੂਲਰ ਹੋਣਾ ਚਾਹੀਦਾ, ਜਿਹੜਾ ਕਹਿੰਦਾ ਇੰਡੀਆ ਜਿਹੜਾ ਹੈਗਾ ਇੱਕ ਸੋਸ਼ਲਿਸਟ ਰਿਪਬਲਿਕ ਹੋਣਾ ਚਾਹੀਦਾ, ਜਿਹੜਾ ਕਹਿੰਦਾ ਇੰਡੀਆ ਜਿਹੜਾ ਹੈਗਾ ਇੱਕ ਡੈਮੋਕ੍ਰੈਟਿਕ ਸਪੇਸ ਹੋਣੀ ਚਾਹੀਦੀ ਹੈ। ਸੋ ਇਹ ਸਾਰੇ ਸਵਾਲ ਜਿਹੜੇ ਨੇ ਉਹ ਇੰਡੀਆ ਦਾ ਅਸਲੀ ਮਾਇਨਾ ਹੈ। ਇਹੀ ਸਵਾਲ ਚੱਕ ਰਹੇ ਹਾਂ ਅਸੀਂ, ਨਵਾਂ ਕੁਝ ਨਹੀਂ ਹੈ। ਸਗੋਂ ਜਦੋਂ ਮੋਦੀ ਇਸ ਦੇ ਉੱਤੇ ਸਿਆਸਤ ਕਰ ਰਿਹਾ ਤਾਂ ਤੁਸੀਂ ਦੇਖੋ, ਮੋਦੀ ਇੰਡੀਆ ਨੂੰ ਇੱਕੋ ਰੰਗ ਦੇ ਵਿੱਚ, ਉਹ ਕਹਿ ਰਿਹਾ ਇੰਡੀਆ ਦੇ ਵਿੱਚ ਸੈਕੂਲਰਿਜ਼ਮ ਦੀ ਕੋਈ ਲੋੜ ਨਹੀਂ, ਉਹ ਕਹਿ ਰਿਹਾ ਇੰਡੀਆ ਨੂੰ ਡੈਮੋਕ੍ਰੇਸੀ ਦੀ ਕੋਈ ਲੋੜ ਨਹੀਂ, ਉਹਦੀ ਜਗ੍ਹਾ ਡਿਕਟੇਟਰ ਟਾਈਪ ਇੱਕ ਸਟਰੋਂਗ ਲੀਡਰ ਹੋਊਗਾ, ਬਾਕੀ ਸਾਰੇ ਸਿਰਫ ਉਹਦੇ ਸਾਹਮਣੇ ਝੁਕਣਗੇ, ਹਿਟਲਰ ਕਰਨਗੇ ਉਸ ਨੂੰ। ਸੋ ਇਹ ਜੋ ਦੋ ਡਿਫਰੈਂਸ ਨੇ, ਇਹ ਲੋਕਾਂ ਨੂੰ ਦਿਖਾਣੇ ਨੇ। ਇਹ ਸਵਾਲ ਹੈ ਸਾਡੇ ਕੋਲ। ਕਮਲ ਜੀ ਇੱਕੋ ਸਵਾਲ, ਮੇਰਾ ਲਾਸਟ ਸਵਾਲ ਹੈ। ਲੋਕ ਕਹਿੰਦੇ ਨੇ, ਠੀਕ ਹੈ ਜੀ, ਜੋ ਬੀਜੇਪੀ ਦੇ ਸਮਰਥਕਾਂ ਵੱਲੋਂ ਬਣਾਇਆ ਜਾਏ ਪ੍ਰਚਾਰ ਹੈ ਕਿ ਇਹ ਇਕੱਠੇ ਨਹੀਂ ਰਹਿ ਸਕਦੇ, ਤੁਹਾਨੂੰ ਇੱਕ ਟੁੱਟਵੀਂ ਸਰਕਾਰ ਦੇਣਗੇ, ਜਿਵੇਂ ਕਿ ਐਮਰਜੈਂਸੀ ਵੇਲੇ ਹੋਇਆ ਸੀ। ਇਹ ਜੀ ਸਰਕਾਰ ਦੇਖਣ ਨੂੰ ਮਿਲੇਗੀ ਕਿ ਲੋਕਾਂ ਦੇ ਬੋਝ ਪਏਗਾ। ਦੇਖੋ, ਲੋਕਾਂ ਦੇ ਵਿੱਚ ਇਹ ਨੈਰੇਟਿਵ ਕੋਈ ਨਵਾਂ ਨਹੀਂ ਚੱਲਿਆ। ਇਸ ਤੋਂ ਪਹਿਲਾਂ ਵੀ ਇਹ ਨੈਰੇਟਿਵ ਚੱਲਿਆ ਸੀਗਾ ਜਦੋਂ ਸੰਯੁਕਤ ਸਰਕਾਰਾਂ ਦਾ ਦੌਰ ਚੱਲ ਰਿਹਾ ਸੀਗਾ, ਚਾਹੇ ਉਹ ਯੂਪੀਏ ਦਾ ਸੀ, 1 ਦਾ 2 ਦਾ, ਸਾਰਿਆਂ ਦਾ ਸੀ। ਉਦੋਂ ਵੀ ਅਸੀਂ ਕਹਿੰਦੇ ਸੀ ਕਿ ਸਰਕਾਰ ਦੀਆਂ ਨੀਤੀਆਂ 'ਚ ਪ੍ਰੋਬਲਮ ਹੈ, ਉਹਦੇ ਸੰਯੁਕਤ ਹੋਣ 'ਚ ਪ੍ਰੋਬਲਮ ਨਹੀਂ ਹੈ। ਲੇਕਿਨ ਬੀਜੇਪੀ ਨੇ ਉਦੋਂ ਸਵਾਲ ਉਠਾਇਆ ਕਿ ਇੱਕ ਸਟਰੋਂਗ ਗਵਰਨਮੈਂਟ ਚਾਹੀਦੀ ਹੈ, ਇੱਕ ਐਸੀ ਸੈਂਟਰਿਸਟ ਸਟਰੋਂਗ ਗਵਰਨਮੈਂਟ ਚਾਹੀਦੀ ਹੈ ਜਿਹਦੇ ਵਿੱਚ ਬਾਹਲੇ ਦਲ ਨਾ ਹੋਣ, ਜਿਹੜੀ ਇਕੱਲੀ ਫੈਸਲਾ ਲੈ ਸਕੇ। ਸੋ ਲੋਕਾਂ ਨੇ ਪਿਛਲੇ 10 ਸਾਲ ਉਸ ਕਿਸਮ ਦੀ ਸਟਰੋਂਗ ਗਵਰਨਮੈਂਟ ਦਾ ਸਵਾਦ ਦੇਖ ਲਿਆ। ਨਤੀਜਾ ਕੀ ਹੋਇਆ? ਅਸੀਂ ਬੁਰੀ ਹਾਲਤ ਦੇ ਵਿੱਚ ਪਹੁੰਚ ਗਏ ਹਾਂ। ਆਰਥਿਕ ਤੌਰ ਤੇ ਵੀ ਸਮਾਜ ਸਾਡਾ ਦੋ ਧਿਰਾਂ ਦੇ ਵਿੱਚ ਵੰਡਿਆ ਪਿਆ ਇਸ ਵੇਲੇ। ਇੱਕ ਪਾਸੇ ਹਿੰਦੂ, ਇੱਕ ਪਾਸੇ ਮੁਸਲਮਾਨ, ਕਿਤੇ ਮੈਤੇਈ, ਕੁੱਕੀ, ਕਿਸੇ ਕਿਸਮ ਦਾ ਵੀ ਉਹਨਾਂ ਨੇ ਵਿਰੋਧ ਜਿਹੜਾ ਹੋ ਸਕਦਾ ਸੀ ਲੋਕਾਂ 'ਚ ਨਹੀਂ ਛੱਡਿਆ। ਹਰ ਕਿਸਮ ਦੇ ਵਿਰੋਧ ਨੂੰ ਤਿੱਖਾ ਕੀਤਾ, ਲੋਕਾਂ 'ਚ ਪਾੜਾ ਪਾਇਆ, ਭਰਾ ਮਾਰੂ ਜੰਗ ਕਰਾਈ। ਸੋ ਇਹ ਜੋ ਇੱਕ ਪੁਰਖਾ ਰਾਗ 'ਚ ਕਿਹੋ ਜਿਹਾ ਹੁੰਦਾ ਹੈ, ਇੱਕ ਸੈਂਟਰਿਸਟ ਸਟਰੋਂਗ ਗਵਰਨਮੈਂਟ ਕਿਹੋ ਜਿਹੀ ਹੁੰਦੀ ਹੈ, ਉਹ ਲੋਕਾਂ ਨੇ ਸਵਾਦ ਦੇਖਿਆ। ਸੋ ਇਹੋ ਜਿਹੀ ਨਹੀਂ ਚਾਹੀਦੀ ਸਾਨੂੰ ਸਗੋਂ ਸਟਰੋਂਗ ਪੀਪਲ ਤੇ ਵੀਕ ਗਵਰਨਮੈਂਟ ਚਾਹੀਦੀ ਹੈ। ਸਾਨੂੰ ਨਹੀਂ ਚਾਹੀਦੀ ਸਟਰੋਂਗ ਗਵਰਨਮੈਂਟ ਤੇ ਵੀਕ ਪੀਪਲ। ਸੋ ਇਹ ਜੋ ਡਾਇਕੋਟੋਮੀ ਹੈ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਇੱਕ ਛੱਤਰ ਗਵਰਨਮੈਂਟ ਨਹੀਂ, ਸਟਰੋਂਗ ਗਵਰਨਮੈਂਟ ਸਾਨੂੰ ਚਾਹੀਦੀ ਹੈ, ਰੈਜ਼ੋਲਿਊਟ ਗਵਰਨਮੈਂਟ ਹੋਣੀ ਚਾਹੀਦੀ ਹੈ। ਉਹ ਆਪਣੀ ਨੀਤੀਆਂ ਤੇ ਸਟਰੋਂਗ ਹੋਵੇ। ਲੋਕਾਂ ਨੂੰ ਸਮਝ ਆ ਰਹੀ ਹੈ, ਇਹ ਸਮਝ ਆ ਰਹੀ ਹੈ ਲੋਕਾਂ ਨੂੰ। ਅਸੀਂ ਹੁਣ ਵੀ ਮੈਂ ਤੁਹਾਡੇ ਰਾਹੀਂ ਸਮਝਾਉਣ ਦੀ ਹੀ ਕੋਸ਼ਿਸ਼ ਕਰ ਰਹੇ। ਸੋ ਇਹ ਸਾਰੇ ਮਾਧਿਅਮ ਅਸੀਂ ਵਰਤਾਂਗੇ, ਹਰ ਤਰੀਕੇ ਨਾਲ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਔਰ ਲੋਕੀ ਸਮਝਣਗੇ। ਲੋਕਾਂ ਨੇ ਖੁਦ ਆਪਣੇ ਪ੍ਰੈਕਟੀਕਲ ਤਜਰਬੇ 'ਚੋਂ ਦੇਖਿਆ। ਇਸ ਤੋਂ ਪਹਿਲਾਂ ਲੋਕਾਂ ਨੇ ਇਹ ਮੰਨਿਆ ਸੀਗਾ ਕਿ ਯੂਪੀਏ ਗਵਰਨਮੈਂਟ ਸ਼ਾਇਦ ਇਸ ਕਰਕੇ ਦੇਸ਼ ਦਾ ਵਿਕਾਸ ਨਹੀਂ ਕਰ ਸਕੀ ਕਿਉਂਕਿ ਉਹਦੇ 'ਚ ਬਹੁਤ ਜ਼ਿਆਦਾ ਦਲ ਸੀ, ਇਸ ਕਰਕੇ ਆਪਾਂ ਇੱਕ ਸਟਰੋਂਗ ਲੀਡਰ ਨੂੰ 303 ਇੱਕੋ ਹੀ ਪਾਰਟੀ ਨੂੰ ਦੇਤੀਆਂ। ਲੇਕਿਨ ਹੁਣ ਲੋਕਾਂ ਨੇ ਦੇਖਿਆ ਕਿ ਉਹਦਾ ਨਤੀਜਾ ਕੀ ਹੋਇਆ? ਆਪੋਜੀਸ਼ਨ ਰਹਿਤ ਭਾਰਤ। ਇਹ ਕਹਿੰਦੇ ਸੀ ਅਸੀਂ ਕਾਂਗਰਸ ਰਹਿਤ ਭਾਰਤ ਕਰਨਾ ਹੈ, ਪਰ ਤੁਹਾਡੇ ਸਾਹਮਣੇ ਕੀ ਹੋਇਆ? ਆਪੋਜੀਸ਼ਨ ਰਹਿਤ ਭਾਰਤ। ਹੁਣ ਲੋਕਾਂ ਨੂੰ ਪਹਿਲੀ ਵਾਰੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਸਿਆਣੀ ਹੋਏਗੀ। ਤੁਸੀਂ ਦੇਖ ਲਿਓ, ਲੋਕਾਂ ਨੇ ਤਜਰਬੇ 'ਚੋਂ ਸਿੱਖਿਆ ਕਿ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਦੀ ਕਿੱਡੀ ਵੱਡੀ ਮਹੱਤਤਾ ਹੁੰਦੀ ਹੈ। ਅੱਜ ਆਪੋਜੀਸ਼ਨ ਨਹੀਂ ਸੀ, ਉਹਦਾ ਕਾਰਨ ਹੈ ਕਿ ਹਰ ਚੀਜ਼ ਪਾਸ ਹੋ ਗਈ। ਕਿਸਾਨ ਅੰਦੋਲਨ ਖੜਾ ਕਰਨਾ ਪਿਆ ਲੋਕਾਂ ਨੂੰ, ਆਪੋਜੀਸ਼ਨ ਵਾਸਤੇ ਖੜਾ ਕਰਨਾ ਪਿਆ ਕਿਉਂਕਿ ਪਾਰਲੀਮੈਂਟ 'ਚ ਆਪੋਜੀਸ਼ਨ ਹੈ ਹੀ ਨਹੀਂ ਸੀ, ਤੇ ਲੋਕਾਂ ਨੂੰ ਸੜਕਾਂ ਤੇ ਆਪੋਜੀਸ਼ਨ ਕਰਨੀ ਪਈ। ਸੋ ਇਸ ਕਰਕੇ ਲੋਕ ਕੀ ਆਪੋਜੀਸ਼ਨ ਦਾ ਮਾਇਨਾ ਸਮਝ ਰਹੇ ਨੇ ਇਸ ਦੇ ਵਿੱਚੋਂ, ਤੇ ਮੈਂ ਸਮਝਦਾ ਇਹੋ ਹੀ ਪ੍ਰਾਪਤੀ ਹੋਏਗੀ ਇਸ ਦੌਰ ਦੀ। ਧੰਨਵਾਦ ਕਮਲ ਜੀ ਗੱਲਬਾਤ ਕਰਨ ਲਈ। ਤੇ ਸਵਾਲ ਉੱਥੇ ਖੜਾ ਹੈ ਕਿ ਕਮਲ ਜੀ ਨੇ ਬਰੀਕੀ ਨਾਲ ਗੱਲ ਕੀਤੀ ਕਿ ਅਸੀਂ ਸਿਸਟਮ ਸਮਝਣਾ ਹੈ, ਅਸੀਂ ਤਰਕ ਨੂੰ ਸਮਝਣਾ ਹੈ, ਪਰੰਤੂ ਨਾਲ ਸਵਾਲ ਇਹ ਹੈ ਕਿ ਲੋਕ ਸਮਝ ਪਾਉਣਗੇ ਕਿ 2024 ਵਿੱਚ ਵਿਰੋਧੀ ਸਦਾ ਜਾਣਗੇ ਤੇ ਸਦਾ ਵਾਲੇ ਵਿਰੋਧੀ ਜਾਣਗੇ। ਇਸ ਸਵਾਲ ਨਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਨ ਪੰਜਾਬ ਦਾ। ਧੰਨਵਾਦ।